ਉਹ ਜੋਕਾਂ ਰੱਖੀਆਂ ਹੁੰਦੀਆਂ ਸੀ ਘੜਿਆਂ ਦੇ ਅੰਦਰ ਪਾ ਕੇ ਪਾਣੀ 'ਚ ਛੋਟਾ ਛੋਟਾ ਕੱਟ ਲਵੋ। ਕੱਟਣ ਤੋਂ ਬਾਅਦ ਉਹਨੂੰ ਤੁਸੀਂ ਬਣਾ ਕੇ ਨਬਜ਼ ਸਾਰਾ ਕੁਝ ਦੱਸ ਦਈਏ, ਮਗਰ ਉਹ ਹਕੀਮ ਨਹੀਂ ਰਹਿ ਗਏ। ਤੁਹਾਨੂੰ ਸ਼ੂਗਰ ਹੈ, ਤੁਹਾਨੂੰ ਮਰਦਾਨਾ ਕਮਜ਼ੋਰੀ ਦਾ ਮਸਲਾ ਹੈ, ਤੁਹਾਡੇ ਜਿਗਰ ਦਾ ਮਸਲਾ ਹੈ, ਤੁਹਾਡੇ ਮਿਹਦੇ ਦਾ ਮਸਲਾ ਹੈ, ਜ਼ੀਰੋ ਦੇ ਕੈਪਸੂਲ ਭਰ ਕੇ ਲਵੇਗਾ, ਖਾ ਹਲਕ ਤੋਂ ਲਵੇ ਥੱਲੇ ਉਤਾਰ। ਜਿਹੜਾ ਅਸਲ ਹਕੀਮ ਹੋਏਗਾ ਉਹ ਜੜੀ ਬੂਟੀ ਦੀ रूह ਨੂੰ ਕੱਢ ਲੇਗਾ। जी नाज़रीन, बिस्मिल्लाहिर्रहमानिर्रहीम, अस्सलामुअलैकुम रहमतुल्लाहि व बरकातुहू। उसका दिल चाहे तो वो कतरों कतरों से समंदर कर दे, वो तो खालिक की कायनात की मर्जी है कि चाहे यतीमों को पैगंबर कर दे। देखो जी, कुछ लोगों का कहना है कि हकीम साहब अक्सर जदों भी वीडियो बनाते हैं ना शेर एक ही बोलते हैं। इस शेर के मुकाम का चंद लोगों को पता है, हर बंदे ने इस शेर के मुकाम का नहीं पता। अच्छा जी, दूसरी गल यह है कि ਜਿਹੜੇ ਲੋਕਾਂ ਦੇ ਮੇਰੇ ਨਾਲ ਸਵਾਲ ਹੈ ਨਾ, ਹਕੀਮ ਸਾਹਿਬ ਤੁਹਾਡੇ ਨੰਬਰ ਹੀ ਨਹੀਂ ਲੱਭਦੇ, ਬੜੇ ਬੜੇ ਫੇਕ ਨੰਬਰ, ਬੜੀਆਂ ਵੀਡੀਓ ਚੱਲਦੀਆਂ ਪਈਆਂ, ਨੰਬਰ ਕਿਸੇ ਹੋਰ ਦੇ ਚੱਲਦੇ ਪਏ ਨੇ। ਲਓ ਜੀ, ਮੈਂ ਨੰਬਰ ਖੁਦ ਬੋਲਣ ਲੱਗਾ। ਇਹਨਾਂ ਨੰਬਰਾਂ ਤੇ ਤੁਸੀਂ ਰਾਬਤਾ ਕਰਕੇ अपना आर्डर भी बुक करा सकते हो। मेरे को आना चाहो, मेरे मतलब यासिन दारा ते शदरा मोड़ ते तुसी आ भी सकते हो। और तुसी आर्डर बुक कराना चाहो पाकिस्तान जा पाकिस्तान तो बाहर तुसी वो भी करवा सकते हो। तो नाल एक तुहानू मैं छोटा जिहा एक जरा नुस्खा दसन लगा, उस नुस्खे नूं तुसी इस्तेमाल करोगे तो जिन्नी तुहाडी बकाया जिंदगी है ना, मैनूं याद करोगे। ਇਹ ਵੀਡੀਓ ਮੇਰੀ ਸੇਵ ਕਰ ਲਓ, ਬੇਸ਼ੱਕ ਦੋਸਤਾਂ ਨੂੰ ਸ਼ੇਅਰ ਕਰ ਦਿਓ। ਸਭ ਤੋਂ ਪਹਿਲੀ ਗੱਲ ਹੈ ਕਿ ਵੱਛਾ ਤੇ ਸਾਰੀ ਦੁਨੀਆ ਨੇ ਵੇਖਿਆ ਨਾ, ਵੱਛਾ ਢੱਗਾ ਜਿਹਨੂੰ ਬਛੜੇ ਦਾ, ਗਾਂ ਦਾ ਜਿਹਨੂੰ ਬਛੜਾ ਕਹਿੰਦੇ ਆ ਅਸੀਂ, ਜਾਨਵਰ ਜਿਹੜਾ ਹੁੰਦਾ ਨਹੀਂ ਵੱਛਾ, ਉਸ ਜਾਨਵਰ ਨੂੰ ਤੁਸੀਂ ਕਿਸੇ ਵੀ ਕਸਾਈ ਨੂੰ ਕਹਿ ਦੇਵੋ, ਉਹਦਾ ਨਫਸ, ਉਹਦਾ ਲਿੰਗ, ਉਹਦਾ ਸਲੰਸਰ, ਕੁਝ ਲੋਕ ਉਹਨੂੰ ਬੋਲਦੇ ਨੇ, ਉਹਦਾ ਸਲੰਸਰ ਲੈ ਲੈਣਾ, ਉਹਨੂੰ ਲੈ ਕੇ ਉਹਨੂੰ ਸੁਕਾ ਲੈਣਾ। ਉਹਨੂੰ ਸੁਕਾਉਣ ਤੋਂ ਬਾਅਦ ਉਹਦਾ ਪਾਊਡਰ ਬਣਾ ਲੈਣਾ। ਉਹ ਕਿਉਂਕਿ ਸਖਤ ਬੜਾ ਹੋ ਜਾਏਗਾ, ਬਹੁਤ ਚੀੜਾ ਹੋ ਜਾਏਗਾ, ਬਹੁਤ ਚੀੜਾ ਹੋ ਜਾਏਗਾ। ਉਹਨੂੰ ਤੁਸੀਂ ਕੀ ਕਰਨਾ ਹੈ ਕਿ ਉਹਨੂੰ ਤੁਸੀਂ ਬਿਲਕੁਲ ਬਰੀਕ ਬਰੀਕ ਕਰ ਲੈਣਾ। ਬੇਸ਼ੱਕ ਕੋਈ ਮਸ਼ੀਨ ਦੇ ਅੰਦਰੋਂ ਲਗਾ ਲਓ, ਛੋਟਾ ਛੋਟਾ ਕੱਟ ਲਵੋ। ਕੱਟਣ ਤੋਂ ਬਾਅਦ ਉਹਨੂੰ ਤੁਸੀਂ ਬਣਾ ਕੇ ਤੇ ਉਹਨੂੰ ਤੁਸੀਂ ਯੂਜ਼ ਕਰਨਾ ਹੈ। ਅੱਛਾ, ਉਹਦਾ ਫਾਇਦਾ ਕੀ ਹੋਏਗਾ ਤੁਹਾਨੂੰ ਇਸਤੇਮਾਲ ਕਰਨ ਨਾਲ? ਜਿਹੜੇ ਬੰਦੇ ਕਹਿੰਦੇ ਨੇ ਯਕੀਨ ਕਰਕੇ ਜਾਣੋ, ਦੇਖੋ ਮੈਂ ਕਦੀ ਜ਼ਿੰਦਗੀ ਦੇ ਅੰਦਰ ਨੁਕਸਾ ਦੱਸਿਆ ਨਹੀਂ। ਜੇ ਮੈਂ ਨੁਕਸਾ ਦੱਸਿਆ ਤੇ ਮਰਦੇ ਕਲੰਦਰਾਂ ਨਾਲ ਦੱਸਿਆ, ਮਰਦ ਵਾਲਾ, ਭਾਈਆਂ ਵਾਲਾ, ਔਰ ਪੂਰੀ ਖਿਦਮਤ ਸਮਝ ਕੇ ਦੱਸਿਆ ਤਾਂ ਕਿ ਤੁਹਾਨੂੰ ਫਾਇਦਾ ਹੋਵੇ, ਤੁਹਾਨੂੰ ਰਿਜ਼ਲਟ ਮਿਲੇ, ਤਾਂ ਕਿ ਉਹਦੇ ਅੰਦਰ ਕੋਈ ਬੇਈਮਾਨੀ ਨਾ ਹੋਵੇ, ਧੋਖਾ ਨਾ ਹੋਵੇ, ਤਾਂ ਕਿ ਤੁਹਾਨੂੰ ਫੇਕ ਨੁਕਸਾ ਨਾ ਦੱਸਿਆ ਜਾਵੇ। ਉਹਨੂੰ ਸੁਕਾ ਲਓ, ਸੁਕਾ ਕੇ ਉਹਦਾ ਪਾਊਡਰ ਬਣਾ ਲਓ। ਪਾਊਡਰ ਬਣਾ ਕੇ ਜ਼ੀਰੋ ਦੇ ਕੈਪਸੂਲ ਭਰ ਲਓ। ਜਿਹੜਾ ਬੰਦਾ ਉਹਦੇ ਸਲੰਸਰ ਦੇ ਜ਼ੀਰੋ ਦੇ ਕੈਪਸੂਲ ਭਰ ਕੇ ਲਵੇਗਾ, ਖਾ ਹਲਕ ਤੋਂ ਲਵੇ ਥੱਲੇ ਉਤਾਰ। ਮੈਂ ਸਮਝਣਾ ਕਿ ਇਸ ਨੁਕਸੇ ਦੀ ਮੈਂ ਜਿੰਨੀ ਤਾਰੀਫ ਕਰਾਂ ਉਨੀ ਥੋੜੀ। ਇਸ ਨੁਕਸੇ ਨੂੰ ਲਵੋ, ਖਾ, ਇਹ ਤੁਹਾਡੇ ਹਲਕ ਤੋਂ ਥੱਲੇ ਜਾਵੇ, ਉਤਰ, ਤੇ ਨਬੀ ਦੀ ਸੁਨਨਤ ਅਦਾ ਕਰਨ ਵਾਸਤੇ ਆਪਣੀ ਬੀਵੀ ਦੇ ਕੋਲ ਚਲੇ ਜਾਵੋ, ਮੈਦਾਨ ਦੇ ਅੰਦਰ ਜਾ ਕੇ ਉਤਰੋ, ਤੁਸੀਂ ਜੰਗ ਨਹੀਂ ਹਾਰੋਗੇ। ਬੇਸ਼ੱਕ ਤੁਹਾਡੀ ਬੀਵੀ ਸ਼ਾਹ ਜ਼ੋਰ ਹੈ, ਬੰਦੇ ਨੂੰ ਬੰਦਾ ਹੀ ਨਹੀਂ ਸਮਝਦੀ, ਮਰਦ ਨੂੰ ਮਰਦ ਹੀ ਨਹੀਂ ਸਮਝਦੀ। ਉਹ ਕਹਿੰਦੀ ਹੈ ਮਰਦ ਕੀ ਚੀਜ਼ ਹੈ, ਮੇਰੇ ਨਾਲ ਤੇ ਨਾ ਕੋਈ ਅਸਲ ਮਰਦ ਆਵੇ ਜਿਹੜਾ ਦੁਨੀਆ ਦੇ ਉੱਤੇ ਸਭ ਤੋਂ ਆਪਣੇ ਆਪ ਨੂੰ ਖਾਸ ਮਰਦ ਸਮਝਦਾ ਨਾ, ਉਹ ਮੇਰੇ ਮੈਦਾਨ 'ਚ ਉਤਰ ਕੇ ਤੇ ਮੇਰੇ ਕੋਲ ਆਵੇ, ਤੇ ਫਿਰ ਮੈਂ ਮੰਨਾਂ ਕਿ ਕੋਈ ਮਰਦ ਵਾਕਈ ਦੁਨੀਆ ਤੇ ਪੈਦਾ ਹੋਏ ਨੇ। ਜਾਂ ਇਸ ਨੁਕਸੇ ਦਾ ਇੱਕ ਕੈਪਸੂਲ ਜ਼ੀਰੋ ਵਾਲਾ ਆਪਣੇ ਹਲਕ ਤੋਂ ਥੱਲੇ ਉਤਾਰ ਲਾ। ਜਿੰਨੀ ਢੇਰ ਤੱਕ ਤੇਰੀ ਬਕਾਇਆ ਜ਼ਿੰਦਗੀ ਹੈ ਨਾ, ਜਿੰਨੀ ਢੇਰ ਤੱਕ ਤੇਰੀ ਬਕਾਇਆ ਜ਼ਿੰਦਗੀ ਹੈ, ਇੰਨੀ ਕੁ ਸ਼ਕਤੀ ਹੋ ਜੇ, ਇੰਨੀ ਕੁ ਸ਼ਕਤੀ ਹੋ ਜੇ ਕਿ 2 ਕਿਲੋ ਦਾ ਵੱਟਾ ਤੂੰ ਇੰਜ ਕਰਕੇ ਨੁਕਸੇ ਨਾਲ ਚੁੱਕੇ, ਇੰਜ ਕਰਕੇ, ਤੇ ਤੈਨੂੰ ਫਿਰ ਵੀ ਪਤਾ ਨਾ ਹੋਵੇ ਕਿ ਵਾਕਈ ਕੋਈ ਚੀਜ਼ ਮੈਂ ਖਾਧੀ ਔਰ ਨੁਕਸਾ ਖਾਧਾ। ਤੇ ਜਾਂ ਫਿਰ ਨਬੀ ਦੀ ਸੁਨਨਤ ਅਦਾ ਕਰਨ ਵਾਸਤੇ ਆਪਣੀ ਬੀਵੀ ਦੇ ਕੋਲ ਜਾ। ਬੀਵੀ ਦੇ ਨਾਲ ਜਦੋਂ ਸੁਨਨਤ ਅਦਾ ਕਰਨ ਲੱਗੇ, ਉਹਦੇ ਨਾਲ ਮੁਕੰਮਲ ਆਪਣਾ ਹੱਕ ਅਦਾ ਕਰ ਲਵੇਂ। ਬੀਵੀ ਤੇਰੀ ਸੁਬਾਹ ਉੱਠ ਕੇ ਤੈਨੂੰ ਕਵੇ ਤੂੰ ਚੀਤਾ ਤੇ ਤੇਰੇ ਪਿਛਲੇ ਸ਼ੇਰ। ਤੇ ਅੱਜ ਕੱਲ੍ਹ ਲੋਕ ਸੱਚਾਈ ਨੂੰ ਘੱਟ ਮੰਨਦੇ ਨੇ ਤੇ 2 ਨੰਬਰੀ ਨੂੰ ਜ਼ਿਆਦਾ ਮੰਨਦੇ ਨੇ। ਲਓ, ਮੇਰਾ ਨੰਬਰ ਨੋਟ ਕਰੋ ਇਹ ਨੁਕਸਾ ਲੈਣ ਵਾਸਤੇ। ਤੇ ਇਹ ਨੁਕਸਾ ਬੜਾ ਅਹਿਮ ਹੈ। ਅਗਰ ਮੈਂ ਇਹਦੇ ਤੇ ਗੱਲਾਂ ਕਰਨ ਲੱਗ ਪਿਆ ਨਾ ਤੇ ਗੱਲਾਂ ਮੁੱਕਰੀਆਂ ਨਹੀਂ। बस ਤੁਹਾਨੂੰ एक छोटा ਜਿਹਾ शेर सुना के मैं इजाज़त चाहूँगा, वीडियो भी काफ़ी लंबी हो जाती है। बचपन में हम ना समझे इस काया की कदरदानी, अब समझे तो खाक समझे जब लुट गई जवानी। किस काम का है दरिया जिसमें नहीं रुबानी, जब जोश ही न रहा तो किस काम की है जवानी। बस मैं नहीं गल करांगा, जवानियां बहाल करियां ना यार, एक बार हकीम यासिन नूं जमाओ, सारी दुनिया जमा ली। ਵੱਡੇ ਤੋਂ ਵੱਡੇ ਹਕੀਮਾਂ ਕੋਲ, ਵੱਡੇ ਤੋਂ ਵੱਡੇ ਤਬੀਬਾਂ ਕੋਲ ਚਲੇ ਗਏ। ਮੇਰਾ ਇੱਕ ਵਾਰੀ ਸੰਨਿਆਸੀ ਨੁਕਸਾ ਖਾ ਕੇ ਤਾਂ ਦੇਖੋ ਯਾਰ, ਮੇਰੇ ਕੋਲੇ ਯਕੀਨ ਕਰਕੇ ਜਾਣੋ, ਮਾੜੇ ਤੋਂ ਮਾੜੇ ਬੰਦੇ ਦਾ ਵੀ ਨੁਕਸਾ ਮੌਜੂਦ ਹੈ ਤੇ ਅਰਬਾਂ ਖਰਬਾਂ ਪਤੀ ਦਾ ਵੀ ਨੁਕਸਾ ਮੇਰੇ ਕੋਲ ਮੌਜੂਦ ਹੈ। ਜਿਹੜਾ ਬੰਦਾ ਕਹੇ ਨਾ ਮੈਂ ਇੱਕ ਕੱਖ ਹੀ ਖਾਣਾ ਚਾਹੁੰਦਾ, ਹਕੀਮ ਸਾਹਿਬ ਤੁਹਾਡੇ ਕੋਲ ਆ ਕੇ ਇੰਜ ਕਰਕੇ ਮੇਰੇ ਕੋਲ ਆ ਜਾਏ, ਮੈਂ ਉਹਦੀ ਜ਼ੁਬਾਨ ਦੇ ਉੱਤੇ ਕੱਖ ਰੱਖਾਂਗਾ, ਗਰਮ ਦੁੱਧ ਉਹਨੂੰ 2 ਕਿਲੋ ਪਿਆ ਦਾਂਗਾ। ਜੇ ਕੱਖ ਖਾਣ ਤੋਂ ਬਾਅਦ ਉਹ ਕਹੇ ਜੀ ਇਹ ਮਰਦ ਆਦਮੀਆਂ,
तेरे दा भी जिंदाबाद और तेरे उस्ताद दा भी जिंदाबाद और जेड़े मुल्क च रहना तेरे पाकिस्तान दा भी जिंदाबाद। कहते ना पारा ना मरे सारा ते गंदे ना देवे तेल। बड़े बड़े जोगी बड़े बड़े सन्यासी कर कर थके खेल। असी कहने पारा भी मरे सारा भाईजान, गंदक भी देवे तेल। हो किसी गुरु को गुरु का बाल का तो कर दिखावे खेल। तो जिन्नी मैं सच्चाई दिखाना ना इन्नी काश कितने बार्डर ते खलो के भी इन्नी सच्चाई दिखा दो ना तो यकीन कर कहते गैर मुस्लिम हिंदू कदमी डिग पैन। वाह मुसलमाना क्या बात है, कुर्बान जावा। इन्नी तेरे ईमान के अंदर सच्चाई, इन्नी ताकत और इन्नी पावर दिखा छड़ी हूं, क्या बात है यार। मेरी 2000 बंदा वीडियो वेख ना, 2000 बंदा मेरी वीडियो देखे तो सिर्फ 2 बंदे ही मेरी गल का मुल पा देना तो मैं समझना कि मेरी वीडियो का मुल पूरा हो गया। ਤੁਹਾਨੂੰ ਪਛੌੜੇ ਨਾਲ ਪਤਾਸਾ ਭਰਨ ਵਾਲੇ ਹਜ਼ਾਰਾਂ ਲੋਕ ਮਿਲ ਜਾਣਗੇ। ਗੈਰਤਮੰਦ ਔਰ ਇੱਜ਼ਤਦਾਰ ਬੰਦੇ ਮੈਨੂੰ 2 ਵੀ ਫੋਨ ਕਰਕੇ ਕਹਿਣਾ ਕਿ ਸਭ ਤੁਹਾਡੀ ਗੱਲ ਦੀ ਸਮਝ ਆ ਗਈ ਹੈ, ਅਸੀਂ ਇੱਜ਼ਤਦਾਰ ਬੰਦੇ ਹਾਂ, ਸਾਡੇ ਕੋਲ ਪੈਸਾ ਵੀ ਕੋਈ ਨਹੀਂ, ਸਾਨੂੰ ਇਲਾਜ ਚਾਹੀਦਾ, ਸਾਡਾ ਘਰ ਨਾ ਖਰਾਬ ਹੋਵੇ। ਯਕੀਨ ਕਰਕੇ ਜਾਣੋ ਮੈਂ ਉਹਦੇ ਕੋਲ ਪੈਸਾ ਹੀ ਨਹੀਂ ਲੈਂਦਾ। ਮੈਂ ਕਹਿੰਦਾ ਕੋਈ ਗੱਲ ਨਹੀਂ, ਤੂੰ ਇਲਾਜ ਕਰਾ, ਤੇਰਾ ਘਰ ਬਚਣਾ ਚਾਹੀਦਾ। ਮੇਰੀ ਤਾਂ ਮਰਦ ਆਦਮੀ ਨਾਲ ਗੱਲ ਹੈ, ਗੈਰਤਮੰਦ ਬੰਦੇ ਨਾਲ। ਕੋਈ ਉੱਚੇ ਕੱਦ ਦਾ ਨਾ ਮਰਦ ਹੈ, ਬੋਲੋ ਯਾਰ ਨਹੀਂ। ਕੋਈ ਸੱਚਾਈ ਦਾ ਨਾ ਮਰਦ ਹੈ, ਕੋਈ ਉੱਚੇ ਕੱਦ ਦਾ ਨਾ ਮਰਦ ਨਹੀਂ, ਵੱਡੀਆਂ ਮੁੱਛਾਂ ਦਾ ਨਾ ਮਰਦ ਨਹੀਂ। ਮੇਰਾ ਕੈਮਰਾਮੈਨ ਇਹਦੀ ਕਿਹੜੀਆਂ ਕਿਹੜੀਆਂ ਵੱਡੀਆਂ ਮੁੱਛਾਂ ਨੇ, ਇਹ ਹੁਣ ਆਪਣੇ ਆਪ ਨੂੰ ਮਰਦ ਸਮਝੇ, ਮਰਦ ਹੈ ਬੱਚੇ। 7 ਫੁੱਟ ਦੇ ਕੱਦ ਦਾ ਨਾ ਮਰਦ ਨਹੀਂ, ਵੱਡੀਆਂ ਮੁੱਛਾਂ ਦਾ ਨਾ ਮਰਦ ਨਹੀਂ, ਵੱਡੀਆਂ ਅੱਖਾਂ ਦਾ ਨਾ ਮਰਦ ਨਹੀਂ। ਦਾੜੀ ਮੇਰੇ ਨਬੀ ਦੀ ਸੁਨਨਤ ਹੈ, ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਹੈ। ਐਡੇ ਐਡੇ ਵੱਡੇ ਹੱਥ ਹੋਣਾ, ਐਡੇ ਐਡੇ ਵੱਡੇ ਪੈਰ ਹੋਣਾ, ਇਹ ਮਰਦ ਦੀ ਨਿਸ਼ਾਨੀ ਨਹੀਂ। ਮਰਦ ਦੀ ਨਿਸ਼ਾਨੀ ਭਲਾ ਕੀ ਹੈ? ਇਹ 6 ਇੰਚ ਦੇ ਪੁਰਦੇ ਦੇ ਅੰਦਰ ਤੜ ਹੋਣੀ ਚਾਹੀਦੀ ਹੈ। ਨਬੀ ਦੀ ਸੁਨਨਤ ਅਦਾ ਕਰਨ ਵਾਸਤੇ ਬੀਵੀ ਦਾ ਹੱਕ ਦਾ ਪੂਰਾ ਕਰਨਾ ਚਾਹੀਦਾ ਹੈ। ਜਿਹੜੇ ਮਰਦਾਂ ਨੇ ਹਮੇਸ਼ਾ ਗੈਰ ਔਰਤਾਂ ਦੇ ਉੱਤੇ ਅੱਖ ਰੱਖੀ ਜਾਂ ਗੈਰ ਔਰਤਾਂ ਦੇ ਕੋਲ ਜਾ ਗਏ ਨੇ ਨਾ, ਉਹ ਆਪਣੀ ਔਰਤ ਦੇ ਮੈਦਾਨ 'ਚ ਜਾ ਕੇ ਹਮੇਸ਼ਾ ਸ਼ਰਮਿੰਦਾ ਹੀ ਹੋਏ ਨੇ। 50 ਲੱਖ ਰੁਪਏ ਸ਼ਾਦੀ ਦੇ ਲਾ ਦੇ, ਰਾਤ ਨੂੰ ਮੀਆਂ ਮਿੱਠੂ ਸਿਰ ਨਾ ਚੁੱਕੇ, ਨਬੀ ਦੀ ਸੁਨਨਤ ਅਦਾ ਨਾ ਤੂੰ ਕਰ ਸਕੇ ਤੇ ਸ਼ਰੀਕਾ ਤੇਰੇ ਬੂਹੇ ਤੇ ਬੈਠਾ ਹੋਵੇ ਤੇ ਔਰਤ ਦੇ ਮੈਦਾਨ 'ਚ ਤੂੰ ਅੰਦਰੋਂ ਜਦੋਂ ਸੁਬਾਹ ਸ਼ਰਮਿੰਦਾ ਹੋ ਕੇ ਜਦੋਂ ਤੂੰ ਬਾਹਰ ਨਿਕਲੇ ਨਾ, ਤੂੰ ਤੌਲੀਆ ਮੂੰਹ ਤੇ ਸੁੱਟ ਕੇ ਘੁੰਡ ਇੰਜ ਕੱਢਿਆ ਹੁੰਦਾ ਜਿਵੇਂ ਔਰਤ ਤੂੰ ਉਹ ਨਹੀਂ ਹੈ। ਤੇ ਜਿਸ ਬੰਦੇ ਨੇ ਇਲਾਜ ਕਰਵਾਇਆ ਹੋਵੇ, ਕਿਸੇ ਅਸਲ ਤਬੀਬ ਕੋਲ ਗਿਆ ਹੋਵੇ, ਅਸਲ ਹਕੀਮ ਕੋਲ ਗਿਆ ਹੋਵੇ, ਉਹ ਪੂਰੀ ਮਰਦਾਂ ਤਰ੍ਹਾਂ ਨਿਕਲਦਾ ਹੈ। ਉਹ ਇੰਜ ਮੁੱਛ ਨੂੰ ਵੱਟ ਦਿੰਦਾ, ਉਹ ਕਹਿੰਦਾ ਮੇਰੀਆਂ ਮੁੱਛਾਂ ਨੇ ਲੱਜ ਰੱਖੀ ਮੇਰੀ ਦਾੜੀ। ਨਬੀ ਦੀ ਸੁਨਨਤ ਹੈ, ਪਤਾ ਲੱਗਾ ਦਾੜੀ ਵਾਲੇ ਬੰਦੇ ਕੁਰਬਾਨ ਚਲੇ ਜਾਂਦੇ ਨੇ, ਬੁੜੀਆਂ ਦਾ ਹੱਕ ਅਦਾ ਕਰਦੇ ਨੇ, ਲੰਮੇ ਲੰਮੇ ਵਾਰ ਰੱਖਣੇ, ਲੰਮੀਆਂ ਲੰਮੀਆਂ ਜ਼ੁਲਫਾਂ ਰੱਖਣੀਆਂ, ਇਹ ਨਬੀ ਦੀ ਸੁਨਨਤ ਹੈ। ਮਗਰ ਇੰਨਾ ਕੁਝ ਰੱਖ ਕੇ, ਇੰਨਾ ਕੁਝ ਕਰਕੇ ਗੁਨਾਹ ਨਹੀਂ ਕਰਨਾ ਚਾਹੀਦਾ, ਹੱਕ ਅਦਾ ਕਰਨਾ ਚਾਹੀਦਾ ਹੈ। ਔਰ ਉਹਨਾਂ ਲੋਕਾਂ ਨੂੰ ਮੈਂ ਦਾਅਵਤ ਦਾਂਗਾ ਜਿਹੜੇ ਲੋਕ ਕਲਮਾ ਪੜ੍ਹਨ ਵਾਲੇ ਔਰ ਨਮਾਜ਼ 5 ਟਾਈਮ ਦੀ ਪੜ੍ਹਦੇ ਨੇ, ਉਹ ਚੰਦ ਸਮਝਦੇ ਪਏ ਨੇ ਕਿ ਅਸੀਂ ਕਮਜ਼ੋਰ ਹਾਂ, ਨਬੀ ਦੀ ਸੁਨਨਤ ਅਦਾ ਨਹੀਂ ਕਰ ਸਕਦੇ, ਕਮਜ਼ੋਰ ਹਾਂ, ਬੀਵੀ ਦੇ ਕੋਲ ਨਹੀਂ ਜਾ ਸਕਦੇ। ਉਹ ਲੋਕ ਮੇਰੇ ਨਾਲ ਰਾਬਤਾ ਕਰੋ। मेरे 2 नंबर सिर्फ नोट कर लो, ये नंबर बड़े ही कीमती और बड़े नियाब नंबर ने जिहड़े तुहानूं दोबारा नहीं लभने। लो फिर नंबर नोट करो 0300 पूरा 85 75 378 03008575 दूसरा नंबर नोट करो जी 0318 100 पूरा 5378 0307 55 55 523 0308 55 55 523 0300 पूरा 14 66 443। बस मेरे यह नंबर ने, इन नंबरों पर रब्ता करो, अपना आर्डर बुक कराओ। पाकिस्तान ਜਾਂ पाकिस्तान तो बाहर किसी किस्म की तुम मैडिसन मंगाना चाहो, दवाई मंगाना चाहो, अगर तुम कोई मशवरा भी करना चाहो तो मशवरे का कोई पैसा नहीं। जिस तरह साडा कुरान फरमांदा, जिन्हें घट तोलिया, जिन्हें घट नापिया, जिन्हें मिलावट की, जिन्हें बेईमानी की, जिन्हें धोखा किया, वो साडे चों नहीं। मैं इंशाअल्लाह ताला पूरी कोशिश करांगा, मैं कोई बेईमानी और धोखा और फराड तुहाडे नाल नहीं करांगा। जाओ फिर इंशाअल्लाह ताला तुसीं ਜਿਹੜੇ ਲੋਕ ਘਰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਨੇ, ਅਦਾਰਾ ਮਤਲਬ ਯਾਸੀਨ, ਸ਼ਾਹਜਰਾ ਮੋੜ ਲਾਹੌਰ, ਮੈਟਰੋ ਸਟੇਸ਼ਨ ਦੇ ਸਾਹਮਣੇ ਮੇਰਾ ਅਦਾਰਾ ਮਤਲਬ ਯਾਸੀਨ ਦੇ ਨਾਮ ਤੋਂ ਦਵਾਖਾਨਾ ਮੌਜੂਦ ਹੈ। ਤੁਸੀਂ ਉੱਥੇ ਤਸ਼ਰੀਫ ਲਿਆਓ, ਮੈਂ ਤੁਹਾਡੀ ਨਬਜ਼ ਚੈੱਕ ਕਰਾਂਗਾ। ਨਬਜ਼ ਚੈੱਕ ਕਰਕੇ ਫਿਰ ਤੁਹਾਨੂੰ ਮੈਂ ਦੱਸਾਂਗਾ ਕਿ ਤੁਹਾਨੂੰ ਮਰਜ਼ ਕੀ ਹੈ, ਤੁਹਾਨੂੰ ਸ਼ੂਗਰ ਹੈ, ਤੁਹਾਨੂੰ ਮਰਦਾਨਾ ਕਮਜ਼ੋਰੀ ਦਾ ਮਸਲਾ ਹੈ, ਤੁਹਾਡੇ ਜਿਗਰ ਦਾ ਮਸਲਾ ਹੈ, ਤੁਹਾਡੇ ਮਿਹਦੇ ਦਾ ਮਸਲਾ ਹੈ, ਔਰ ਤੁਹਾਡੀਆਂ ਪੈਰਾਂ ਦੀਆਂ ਹੱਥਾਂ ਦੀਆਂ ਤਲੀਆਂ ਸੜਦੀਆਂ ਨੇ, ਜਾਂ ਤੁਹਾਨੂੰ ਸਾਂਸ ਦਾ ਮਸਲਾ ਹੈ, ਜਾਂ ਤੁਹਾਨੂੰ ਦਿਲ ਦਾ ਮਸਲਾ ਹੈ, ਕਿਸੇ ਕਿਸਮ ਦਾ ਵੀ ਮਸਲਾ ਹੋਵੇ ਤੇ ਜੇ ਮੈਂ ਤੁਹਾਡੀ ਨਬਜ਼ ਵੇਖ ਕੇ ਦੱਸਾਂ ਤਾਂ ਫਿਰ ਤੁਹਾਨੂੰ ਮੰਨਣਾ ਪਏਗਾ ਹਿਕਮਤ ਸੱਚੀ ਕੁਰਾਨ ਚੋਂ ਹੈ। ਵਾਕਈ ਅੰਬੀਆ ਦਾ ਪੇਸ਼ਾ ਹੈ। ਮੈਂ ਬੜੇ ਮੁਨਾਫਿਕਾਂ ਨੂੰ ਜਾਣਦਾ ਜਿਹੜੇ ਕਹਿੰਦੇ ਨੇ ਨਬਜ਼ ਦੱਸਦੀ ਕੁਝ ਨਹੀਂ। ਨਬਜ਼ ਸਾਰਾ ਕੁਝ ਦੱਸਦੀ ਹੈ।
ਮਗਰ ਉਹ ਹਕੀਮ ਨਹੀਂ ਰਹਿ ਗਏ, ਉਹ ਤਬੀਬ ਨਹੀਂ ਰਹਿ ਗਏ। ਪਿੱਛੇ ਵੇਖਿਆ ਨਾ ਮਾਈਆਂ ਨੇ ਘਰਾਂ ਦੇ ਅੰਦਰ ਉਹ ਜੋਕਾਂ ਰੱਖੀਆਂ ਹੁੰਦੀਆਂ ਸੀ, ਘੜਿਆਂ ਦੇ ਅੰਦਰ ਪਾ ਕੇ, ਪਾਣੀ 'ਚ ਪਾ ਕੇ, ਅਗਰ ਕਿਸੇ ਨੂੰ ਜ਼ਖਮ ਨਹੀਂ ਸੀ ਨਾ ਬਚਦਾ, ਉਹ ਜੋਕਾਂ ਕੱਢ ਕੇ ਤੇ ਉਸ ਜ਼ਖਮ ਦੇ ਉੱਤੇ ਲਾਉਂਦੀਆਂ ਸਨ, ਉਹ ਗੰਦਾ ਖੂਨ ਪੀਂਦੀਆਂ ਸਨ ਤੇ ਜ਼ਖਮ ਠੀਕ ਹੋ ਜਾਂਦੇ ਸਨ। ਦੇਸੀ ਲੋਕ ਸਨ ਯਾਰ, ਦੇਸੀ ਗੱਲਾਂ ਸੀ, ਦੇਸੀ ਬੰਦੇ ਸੀ, ਸੱਚੇ ਲੋਕ ਸਨ, ਅੱਲਾ ਸ਼ਿਫਾ ਦਿੰਦਾ ਸੀ। ਅੱਜ ਕੱਲ੍ਹ ਲੋਕਾਂ ਦੇ ਬਲੱਡ ਚੇਂਜ ਹੋ ਗਏ ਨੇ, ਖੂਨ ਚੇਂਜ ਹੋ ਗਏ ਨੇ, ਨਾ ਉਹ ਮਾਈਆਂ ਰਹੀਆਂ ਨਾ ਉਹ ਜੋਕਾਂ ਰਹੀਆਂ, ਅੱਜ ਕੱਲ੍ਹ ਹਜਾਮੇ ਆ ਗਏ, ਉਹ ਕੁੱਪੇ ਜਿਹੇ ਆ ਗਏ ਨੇ, ਜਿੱਥੇ ਲਓ ਠਾ ਉਹ ਖੂਨ ਨੂੰ ਖਿੱਚਦੇ ਨੇ, ਕਹਿੰਦੇ ਲਓ ਜੀ ਹਜਾਮਾ ਲੱਗ ਗਿਆ। ਜਦੋਂ ਅੰਗਰੇਜ਼ੀ ਦਵਾਈਆਂ ਨਹੀਂ ਸੀ, ਉਦੋਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਆਪ ਸਰਕਾਰ ਦੇ ਦੌਰ ਦੇ ਅੰਦਰ ਜੋਕਾਂ ਦੇ ਨਾਲ ਇਲਾਜ ਕੀਤਾ ਜਾਂਦਾ ਸੀ, ਤੇ ਹਿਕਮਤ ਉਦੋਂ ਦੀ ਚੱਲਦੀ ਆ ਰਹੀ ਹੈ। ਇਹ ਅੰਗਰੇਜ਼ੀ ਬਾਅਦ ਚਾਹੀਆਂ ਨੇ। ਅੰਗਰੇਜ਼ੀ ਦਵਾਈ ਜਿਹੜੀ ਹੈ ਨਾ, ਅੰਗਰੇਜ਼ੀ ਦਵਾਈ ਇਹ ਬਿਮਾਰੀ ਨੂੰ ਅੰਦਰ ਨੱਪਦੀ ਏ। ਹਕੀਮ ਸਾਹਿਬ ਜੀ ਬਿਲਕੁਲ, ਪ੍ਰੋਫੈਸਰ ਆਸਫ ਸਾਹਿਬ, ਬਹੁਤ ਤੁਸੀਂ ਕਾਬਲ ਆਦਮੀ ਹੋ। ਅਗਰ ਮੈਂ ਕਿਤੇ ਗੱਲ ਗਲਤ ਕਰਾਂ ਤਾਂ ਤੁਸੀਂ ਦੱਸ ਸਕਦੇ ਹੋ ਨਾਜ਼ਰੀਨ ਨੂੰ। ਜੀ ਬਿਲਕੁਲ ਠੀਕ ਕਹਿ ਰਹੇ ਹੋ। ਸਿਰਫ ਮੈਨੇਜ ਕਰਦੀ ਹੈ, ਰੋਕਦੀ ਹੈ ਵਕਤੀ ਤੌਰ ਤੇ, ਇਲਾਜ ਨਹੀਂ ਕਰਦੀ। ਇਲਾਜ ਨਹੀਂ ਕਰਦੀ। ਅੰਗਰੇਜ਼ੀ ਦਵਾਈ ਨੇ ਤੁਹਾਡੀ ਮਰਜ਼ ਨੂੰ ਅੰਦਰ ਨੱਪਣਾ ਹੈ, ਦੇਸੀ ਦਵਾਈ ਨੇ ਮਰਜ਼ ਨੂੰ ਬਾਹਰ ਕੱਢਣਾ ਹੈ। ਦੇਸੀ ਦਵਾਈ ਤੁਹਾਨੂੰ ਪ੍ਰੋਪਰ ਤੌਰ ਤੇ ਠੀਕ ਕਰੇਗੀ। ਮੈਂ ਬੜੇ ਬੰਦਿਆਂ ਨੂੰ ਜਾਣਨਾ ਜਿਨ੍ਹਾਂ ਨੂੰ ਕਤਰੇ ਆਉਂਦੇ ਨੇ ਨਾ, ਮਰਦ ਆਦਮੀਆਂ ਨੂੰ, ਗੈਰਤਮੰਦ ਬੰਦਿਆਂ ਨੂੰ, ਜਿਹੜੇ ਨੌਜਵਾਨ ਅੱਜ ਦੀ ਨਸਲ ਹੈ, ਉਹ ਮੋਬਾਈਲ ਦੇਖ ਕੇ ਉਹਨਾਂ ਦੇ ਹਰਾਮ ਮਗਜ਼ ਦਿਮਾਗ ਕਮਜ਼ੋਰ ਹੋ ਗਏ ਨੇ ਯਾਰ। ਉਹਨਾਂ ਨੂੰ ਕਤਰੇ ਆਉਣ ਲੱਗ ਪੈਂਦੇ ਨੇ, ਤੇ ਉਹ ਜਿਗਰ ਦੀ ਤੇ ਮਿਹਦੇ ਦੀ ਦਵਾਈ ਖਾਈ ਜਾਂਦੇ ਨੇ। ਮੇਰੇ ਮਿਹਦੇ ਦੇ ਅੰਦਰ ਗਰਮੀ ਹੈ, ਗਰਮੀ ਦੀ ਵਜ੍ਹਾ ਤੋਂ ਮੈਨੂੰ ਕਤਰੇ ਆਉਣ ਲੱਗ ਪਏ ਨੇ। ਇਹ ਲਾਮਤਾਂ ਉਹ ਦੱਸੀ ਜਾਏਗਾ ਜਾ ਕੇ, ਜਿਸ ਤਰ੍ਹਾਂ ਉਹ ਦੱਸੇਗਾ ਉਸ ਤਰ੍ਹਾਂ ਹਕੀਮ ਦਵਾਈ ਦੇ ਦੇਗਾ, ਤਬੀਬ ਦਵਾਈ ਦੇ ਦੇਗਾ। ਤਬੀਬ ਦਾ ਕੰਮ ਹੈ, ਹਕੀਮ ਦਾ ਕੰਮ ਹੈ, ਉਹਦੀ ਨਬਜ਼ ਦੇਖਣ ਤੋਂ ਬਾਅਦ ਮਰੀਜ਼ ਨੂੰ ਖੁਦ ਪਤਾ ਨਹੀਂ ਹੁੰਦਾ ਮੈਨੂੰ ਕੀ ਵਜ੍ਹਾ ਹੈ, ਕੀ ਮਰਜ਼ ਹੈ। ਅਗਰ ਮਰੀਜ਼ ਨੂੰ ਖੁਦ ਪਤਾ ਹੋਵੇ ਤਾਂ ਉਹ ਇਲਾਜ ਆਪਣਾ ਖੁਦ ਨਾ ਕਰ ਲਵੇ। ਇਹ ਤਬੀਬ ਦਾ ਕੰਮ ਹੈ, ਹਕੀਮ ਦਾ ਕੰਮ ਹੈ, 5 ਟਾਈਮ ਦੇ ਨਮਾਜ਼ੀ ਦਾ ਕੰਮ ਹੈ, ਤੈਯਦ ਗੁਜ਼ਾਰ ਦਾ ਕੰਮ ਹੈ, ਅੰਬੀਆ ਦੀ ਕੁਰਸੀ ਤੇ ਬਹਿ ਕੇ ਜਿਹੜਾ ਪੂਰੀ ਇਮਾਨਦਾਰੀ ਵਰਤਣ ਵਾਲਾ ਬੰਦਾ ਹੈ, ਉਹਦਾ ਕੰਮ ਹੈ। ਉਹਦੀ ਨਬਜ਼ ਦੇਖੇ, ਨਬਜ਼ ਦੇ ਕੇ ਮਰਜ਼ ਵੇਖੇ, ਹਿਕਮਤ ਅਮਲੀ ਦੇਖੇ ਕਿ ਇਹਦੇ ਇਹ ਜਿਹੜੇ ਹਰਾਮ ਮਗਜ਼ ਦੇ ਪੱਖੇ ਨੇ ਇਹ ਠੰਡੇ ਗਰਮ ਹੋਏ ਨੇ, ਇਹਦੀ ਵਜ੍ਹਾ ਤੋਂ ਉਹਨੂੰ ਕਤਰੇ ਤਾਂ ਨਹੀਂ ਆ ਰਹੇ। ਫਿਰ ਵੇਖੇ ਕਿ ਉਹਦੇ ਮਾਦੇ ਦੇ ਅੰਦਰ ਪਾਵਰ ਬਿਲਕੁਲ ਕਮਜ਼ੋਰ ਜਾਂ ਪਤਲਾ, ਬਿਲਕੁਲ ਪਾਣੀ ਤਾਂ ਨਹੀਂ ਹੋ ਗਿਆ, ਉਹਦੀ ਵਜ੍ਹਾ ਤੋਂ ਕਤਰੇ ਤਾਂ ਨਹੀਂ ਆ ਰਹੇ। ਅਗਰ ਐਸੇ ਬੰਦੇ ਨੂੰ ਤੁਸੀਂ ਠੰਡੀ ਦਵਾਈ ਦੇ ਦੋਗੇ ਯਾਰ, ਉਹ ਤਾਂ ਜੋੜਾਂ 'ਚ ਬਹਿ ਜਾਏਗੀ ਨਾ। ਅਗਰ ਉਹਨੂੰ ਤੁਸੀਂ ਗਰਮ ਦੇ ਦੋਗੇ, ਉਹਨੂੰ ਮਜ਼ੀਦ ਕਤਰੇ ਜ਼ਿਆਦਾ ਆਉਣਾ ਸ਼ੁਰੂ ਹੋ ਜਾਣਗੇ। ਜਿਹੜਾ ਬੰਦਾ ਇੱਥੇ ਹਿਕਮਤ ਅਮਲੀ ਨਾਲ ਦਵਾਈ ਦੇਵੇ ਨਾ, ਉਹਨੂੰ ਮਰਦ ਕਲੰਦਰ ਕਹਿੰਦੇ ਨੇ, ਉਹਨੂੰ ਮਰਦ ਕਹਿੰਦੇ ਨੇ। ਉਹ ਪਾਰੇ ਦੀ ਮੈਂ ਤੁਹਾਨੂੰ ਕਈ ਵਾਰੀ ਗੱਲ ਸੁਣਾਈ ਹੈ, ਕਹਿੰਦੇ ਨੇ ਪਾਰਾ ਨਾ ਮਰੇ ਸਾਰਾ ਤੇ ਗੰਦਕ ਨਾ ਦੇਵੇ ਤੇਲ। ਬੜੇ ਬੜੇ ਜੋਗੀ, ਬੜੇ ਬੜੇ ਸੰਨਿਆਸੀ ਕਰ ਥੱਕੇ ਖੇਲ। ਅਸੀਂ ਕਿਹਾ ਸੀ ਕਿ ਪਾਰਾ ਵੀ ਮਰੇਗਾ ਸਾਰਾ ਤੇ ਗੰਦਕ ਵੀ ਦੇਵੇਗੀ ਤੇਲ, ਹੋ ਕਿਸੇ ਗੁਰੂ ਕਾ ਬਾਲਕਾ ਤੋਂ ਕਰ ਦਿਖਾਵੇ ਖੇਲ। ਪਾਰੇ ਨੂੰ ਬਣਾਉਣ ਵਾਸਤੇ ਜਿਹੜਾ ਅਸਲ ਤਬੀਬ, ਅਸਲ ਹਕੀਮ, ਜਿਹੜਾ ਹਕੀਮ ਲੁਕਮਾਨ ਦੀ ਗੱਲ ਦੇ ਉੱਤੇ ਅਮਲ ਕਰੇਗਾ ਨਾ, ਉਹ ਕੀ ਕਰਦਾ ਹੈ ਕਿ ਜਿਸ ਤਰ੍ਹਾਂ ਬੰਦੇ ਦੀ ਰੂਹ ਨੂੰ ਅੱਲਾ ਕੱਢ ਲੈਂਦਾ ਨਾ, ਇਸੇ ਤਰ੍ਹਾਂ ਜਿਹੜਾ ਅਸਲ ਹਕੀਮ ਹੋਏਗਾ ਉਹ ਜੜੀ ਬੂਟੀ ਦੀ ਰੂਹ ਨੂੰ ਕੱਢ ਲੇਗਾ, ਰੂਹ ਨੂੰ ਕੱਢ ਕੇ ਮਹਿਫੂਜ਼ ਕਰ ਲੇਗਾ, ਫਿਰ ਇਹਨੂੰ ਬਣਾਏਗਾ। ਬਣਾਉਣ ਤੋਂ ਬਾਅਦ ਉਹ ਰੂਹ ਨੂੰ ਫਿਰ ਇਹਦੇ ਅੰਦਰ ਜਿਹੜਾ ਦਾਖਲ ਕਰ ਦੇਵੇ, ਉਹਨੂੰ ਕੀ ਕਹਿੰਦੇ ਜੇ? ਉਹਨੂੰ ਤਬੀਬ ਅਸਲ ਕਹਿੰਦੇ ਜੇ। ਰੂਹ ਕੱਢਣ ਵਾਲੀ ਜ਼ਾਤ ਕਿਹਦੀ ਹੈ? ਅੱਲਾ ਦੀ। ਤੇ ਜੇ ਕੁਰਾਨ ਮਜੀਦ ਸਾਡੀ ਸਭ ਤੋਂ ਅਹਿਮ ਕਿਤਾਬ ਹੈ, ਜਿੱਦੇ ਤੇ ਸਾਡਾ ਮੁਸਲਮਾਨਾਂ ਦਾ ਈਮਾਨ ਹੈ। ਅੱਲਾ ਮਰਜ਼ ਬਾਅਦ ਚ ਭੇਜਦਾ ਹੈ, ਪਹਿਲੇ ਉਹਦਾ ਇਲਾਜ ਭੇਜਦਾ ਹੈ। ਮੇਰਾ ਮਾਲਕ ਏਡਾ ਗਫੂਰ ਰਹੀਮ ਕਰੀਮ ਹੈ। ਹਕੀਮ ਸਾਹਿਬ ਬਿਲਕੁਲ। ਤੇ ਲੈ ਜਿਹੜਾ ਰੂਹ ਬੰਦਾ ਕੱਢ ਲਵੇ, ਫਿਰ ਉਹਦੇ ਅੰਦਰ ਰੂਹ ਨੂੰ ਦਾਖਲ ਕਰ ਦੇਵੇ। ਇਸ ਪਰ ਅੱਲਾ ਨੇ ਕਿਹਾ ਹਿਕਮਤ ਅੰਬੀਆ ਦਾ ਪੇਸ਼ਾ ਹੈ, ਨਬੀਆਂ ਦਾ ਪੇਸ਼ਾ ਹੈ, ਪੈਗੰਬਰਾਂ ਦਾ ਪੇਸ਼ਾ ਹੈ, ਈਮਾਨਦਾਰ ਲੋਕਾਂ ਦਾ ਪੇਸ਼ਾ ਹੈ, 5 ਟਾਈਮ ਦੇ ਨਮਾਜ਼ੀਆਂ ਦਾ ਪੇਸ਼ਾ ਹੈ, ਤੈਯਦ ਗੁਜ਼ਾਰ ਲੋਕਾਂ ਦਾ ਪੇਸ਼ਾ ਹੈ। ਤੇ ਜਿਨ੍ਹਾਂ ਨੇ ਵਹਾ ਕੇ ਸੱਜੀ ਮਾਰਨੀ ਖੱਬੀ ਹੈ ਨਾ, ਉਹਨਾਂ ਦਾ ਪੇਸ਼ਾ ਨਹੀਂ। ਇਹਦੇ ਅੰਦਰ ਮੈਂ ਮੰਨਣਾ, ਮੈਂ ਤੁਹਾਡੀ ਗੱਲ ਨੂੰ ਵੀ ਸਮਝਣਾ, ਇਹਦੇ ਅੰਦਰ ਚੰਦ ਲੋਕ ਬੇਵਫਾ ਆ ਗਏ ਨੇ। ਮੈਂ ਬੜੇ ਬੜੇ ਪ੍ਰੋਫੈਸਰ, ਬੜੇ ਬੜੇ ਤਬੀਬ, ਬੜੇ ਬੜੇ ਨਬੀਬ, ਬੜੇ ਬੜੇ ਕਾਬਲ ਹਕੀਮਾਂ ਨੂੰ ਜਾਣਨਾ, ਇੱਕ ਕੱਖ ਦੇ ਅੰਦਰ ਤੇ ਬੰਦੇ ਨੂੰ ਠੀਕ ਕਰ ਲੈਂਦੇ। ਮੇਰਾ ਬੜਾ ਇਸ਼ਕ ਹੈਗਾ ਹਕੀਮਾਂ ਦੇ ਨਾਲ, ਬੜਾ ਜਨੂਨ ਹੈਗਾ। ਬੜੇ ਮੈਂ ਸੰਨਿਆਸੀ ਲੋਕਾਂ ਨਾਲ ਪਿਆਰ ਕਰਨਾ, ਜਿਹੜੇ ਲੋਕ ਉਹਨਾਂ ਦੇ ਨਾਲ ਪਿਆਰ ਕਰਦੇ ਨੇ, ਜਿਹੜੇ ਇਸ ਚੀਜ਼ ਨੂੰ ਜਾਣਦੇ ਨੇ, ਯਕੀਨ ਕਰਕੇ ਉਹਨਾਂ ਦੇ ਲੱਕ ਦੂਰੇ ਹੋ ਗਏ ਨੇ, ਉਹਨਾਂ ਦੀ ਘਰ ਦੀ ਰੋਟੀ ਨਹੀਂ ਪੂਰੀ ਹੋਈ। ਪੁੱਛੋ ਕਿਉਂ? ਕਿਉਂਕਿ ਉਹਨਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਯਾਰ। ਤੇ ਜਿੰਨੀ ਸੱਚਾਈ ਮੈਂ ਤੁਹਾਨੂੰ ਦੱਸਣਾ ਨਾ, ਮੈਂ ਕਿਤੇ ਗੈਰ ਮੁਸਲਮ ਦੇ ਅੰਦਰ ਖਲੋ ਕੇ ਇੱਕ ਕੱਖ ਉਹਦੀ ਜ਼ਬਾਨ ਤੇ ਰੱਖ ਦੇਵਾਂ ਨਾ, ਗੈਰ ਮੁਸਲਮ ਹੋ ਕੇ ਮੇਰੇ ਕਦਮੀ ਪੈ ਜਾਵੇ, ਵਾਹ ਮੁਸਲਮਾਨਾ ਕਿਆ ਬਾਤ ਹੈ। ਤੁਹਾਡੇ ਈਮਾਨ ਦੀ ਗੱਲ ਸੁਣੀ ਸੀ, ਤਾਕਤ ਸੁਣੀ ਸੀ, ਪਾਵਰ ਸੁਣੀ ਸੀ,
ਮਗਰ ਅੱਜ ਪਤਾ ਲੱਗਾ ਕਿ ਵਾਕਈ ਅਮਲ ਕਰਨ ਵਾਲੇ ਵੀ ਬੰਦੇ ਮੌਜੂਦ ਨੇ। ਬਹੁਤ ਸ਼ੁਕਰੀਆ ਜੀ। ਅਸਲਾਮ ਅਲੈਕੁਮ ਵਰਹਮਤੁல்லாਹਿ ਵਬਰਕਾਤੁਹੂ।